ਪ੍ਰਾਈਮ ਏਸ਼ੀਆ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਹਰਸਿਮਰਨ ਕੌਰ। ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਵਿੱਚ ਜਤਿੰਦਰ ਪੰਨੂ ਲੈ ਕੇ ਇੱਕ ਵਾਰ ਫਿਰ ਤੋਂ ਹਾਜ਼ਰ ਆ ਤੇ ਹਰ ਰੋਜ਼ ਦੀ ਤਰ੍ਹਾਂ ਸਾਡੇ ਨਾਲ ਖਬਰਾਂ ਤੇ ਚਰਚਾ ਕਰਨ ਦੇ ਲਈ ਹੋਣਗੇ ਸੀਨੀਅਰ ਪੱਤਰਕਾਰ ਜਤਿੰਦਰ ਪੰਨੂ ਜੀ। ਹੁਣ 2000 ਦੇ ਨੋਟ ਨਹੀਂ ਚੱਲਣਗੇ, 30 ਸਤੰਬਰ ਤੱਕ ਦੀ ਡੈਡਲਾਈਨ ਵੀ ਜਾਰੀ ਕਰ ਦਿੱਤੀ ਹੈ। ਕੀ ਪਿਛੋਕੜ ਹੈ ਜੀ ਇਸ ਦਾ ਤੇ ਇਸ ਦਾ ਕੀ ਅਸਰ ਆਉਣ ਵਾਲੇ ਸਮੇਂ ਦੇ ਵਿੱਚ ਪਵੇਗਾ? ਹਰਸਿਮਰਨ ਜੀ, ਸਾਡੀ ਸੰਭਾਲ ਦੇ ਵਿੱਚ ਇੱਕ ਵਾਰੀ ਨੋਟਬੰਦੀ ਕੀਤੀ ਸੀ ਮੁਰਾਰਜੀ ਦੇਸਾਈ ਦੀ ਸਰਕਾਰ ਨੇ। ਉਹ ਸਰਕਾਰ 1977 ਚ ਬਣੀ ਤੇ 1979 ਚ ਟੁੱਟ ਗਈ ਸੀ ਜੀ। ਦੂਸਰੀ ਨੋਟਬੰਦੀ ਕੀਤੀ ਨਰਿੰਦਰ ਮੋਦੀ ਸਰਕਾਰ ਨੇ 2015 ਜਦੋਂ ਖਤਮ ਹੋਣ ਵਾਲਾ ਸੀ। ਰਾਤ ਨੂੰ 8 ਵਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੋਲੇ ਤੇ ਉਹਨਾਂ ਆਖਿਆ ਅੱਜ ਰਾਤ 12 ਵਜੇ ਤੋਂ ਬਾਅਦ 500 ਵਾਲੇ ਤੇ 1000 ਵਾਲੇ ਨੋਟ ਜਿਹੜੇ ਚੱਲਦੇ ਆ ਇਹ ਲੀਗਲ ਟੈਂਡਰ ਨਹੀਂ ਰਹਿਣਗੇ, ਇਹ ਬੰਦ ਕਰ ਦਿੱਤੇ ਜਾਣਗੇ। ਇਹ ਆਖਿਆ ਗਿਆ ਕਿ ਇਹਨਾਂ ਨੂੰ ਬਦਲਾਉਣ ਦਾ ਇੱਕ ਤਰੀਕਾ ਤੁਸੀਂ ਬੈਂਕਾਂ ਵਿੱਚ ਲੈ ਜਾਓ, ਉੱਥੇ ਜਾ ਕੇ ਆਪਣੇ ਬਦਲਾ ਲਓ। ਅੱਜ ਰਾਤ ਇਹ ਸਾਰੀਆਂ ਥਾਵਾਂ 'ਤੇ ਪੈਟਰੋਲ ਪੰਪਾਂ 'ਤੇ ਵੀ ਚੱਲਣਗੇ, ਰੇਲਵੇ ਸਟੇਸ਼ਨਾਂ 'ਤੇ ਵੀ, ਤੇ ਲੋਕਾਂ ਦੀਆਂ ਲਾਈਨਾਂ ਲੱਗ ਗਈਆਂ ਕਿ ਜਿੰਨੇ ਪੈਸੇ ਹੈਗੇ ਇਹਨਾਂ ਦਾ ਤੇਲ ਵੀ ਪਵਾ ਲਓ। ਕਈਆਂ ਨੇ ਟਿਕਟਾਂ ਰੇਲਵੇ ਦੀਆਂ 10-10 ਬੁੱਕ ਕਰਾ ਲਈਆਂ, ਬੰਬੇ ਦੀਆਂ 10-10, ਅਸਾਮ ਦੀਆਂ, ਤੇ ਅਗਲੇ ਦਿਨ ਜਾ ਕੇ ਮੁੜ ਕੇ ਉਹਨਾਂ ਨੂੰ ਕੈਂਸਲ ਕਰਵਾ ਕੇ ਰਿਫੰਡ ਲੈ ਲਿਆ ਤੇ ਰਿਫੰਡ ਲੈਣ ਲੱਗਿਆ ਦੂਸਰੇ ਨਵੇਂ ਨੋਟਾਂ 'ਚ ਲੈ ਲਿਆ। ਇਹ ਸਾਰਾ ਕੁਝ ਹੋਇਆ ਸੀ, ਬਹੁਤ ਡਰਾਮਾ ਉਦੋਂ ਹੋ ਗਿਆ ਸੀਗਾ। ਉਹਦੇ 'ਚ ਆਮ ਲੋਕ ਵੀ ਫਸ ਗਏ ਸਨ, ਮੱਧ ਵਰਗ ਵਾਲੇ ਵੀ, ਤੇ ਇਹਦੇ ਤੋਂ ਉੱਪਰ ਕਈ ਸਰਮਾਏਦਾਰ ਵੀ ਫਸ ਗਏ ਸਨ ਜਿਨ੍ਹਾਂ ਕੋਲ 10-10, 20-20 ਲੱਖ ਪਿਆ ਸੀ ਉਹ ਵੀ, ਤੇ ਜਿਨ੍ਹਾਂ ਦੇ ਕੋਲ ਕਰੋੜਾਂ ਪਿਆ ਸੀ ਉਹ ਵੀ। ਵੱਡੇ ਸਰਮਾਏਦਾਰਾਂ 'ਚੋਂ ਉਹ ਇੰਨੇ ਪੈਸੇ ਆਪ ਬੈਂਕ ਵਿੱਚ ਜਾ ਕੇ ਤਬਦੀਲ ਨਹੀਂ ਸੀ ਕਰਾ ਸਕਦੇ ਮਿਥੀ ਹੱਦ ਦੇ ਅੰਦਰ। ਉਹਨਾਂ ਨੇ ਫਿਰ ਆਪਣੇ ਮੁਲਾਜ਼ਮਾਂ ਨੂੰ ਆਖਿਆ ਕਿ ਇੱਕ ਜਣਾ ਮੇਰੇ 1 ਲੱਖ ਰੁਪਏ ਜਾ ਕੇ ਆਪਣੇ ਕਹਿ ਕੇ ਖਾਤੇ 'ਚ ਜਮ੍ਹਾਂ ਕਰਾ ਕੇ ਤਬਦੀਲ ਕਰਾ ਲਿਓ, 1% ਤੁਹਾਨੂੰ ਦੇ ਦੂੰਗਾ, 1000 ਰੁਪਈਆ। ਕਈ ਸਰਮਾਏਦਾਰ ਇਹੋ ਜਿਹੇ ਸੀ ਕਿ ਜੇ ਉਹਨਾਂ ਦੇ ਕੋਲ 100 ਬੰਦਾ ਕੰਮ ਕਰਦਾ ਤੇ ਉਹਨਾਂ ਦੀ 20-20000 ਰੁਪਈਆ ਤਨਖਾਹ ਹੈ ਤੇ 6 ਮਹੀਨਿਆਂ ਦੀ ਤਨਖਾਹ ਉਹਨਾਂ ਦੀ 1,20,000 ਰੁਪਏ ਇੱਕ ਨੂੰ ਦੇਤੀ, 100 ਬੰਦਿਆਂ ਨੂੰ ਦਿੱਤੀ, ਤੇ ਇਹਦੇ ਹਿਸਾਬ ਨਾਲ ਉਹਨਾਂ ਨੇ ਕਰੋੜ ਤੋਂ ਵੱਧ ਦੇ ਇੱਦਾਂ ਹੀ ਵੰਡ ਦਿੱਤੇ ਤੇ ਉਹਨਾਂ ਨੂੰ ਆਖਿਆ ਅਗਲੇ 6 ਮਹੀਨੇ ਤਨਖਾਹ ਨਾ ਮੰਗਿਓ ਤੇ ਆਹ ਲੈ ਲਓ ਕੈਸ਼ ਤੇ ਜਾ ਕੇ ਇਹਨੂੰ ਕਨਵਰਟ ਕਰਾਉਂਦੇ ਰਹੋ। ਕਈਆਂ ਨੇ ਸੋਨਾ ਵੀ ਲਿਆ ਔਰ ਸੋਨਾ ਲੈ ਕੇ ਤੇ ਬਾਅਦ ਵਿੱਚ ਉਹ ਫਸ ਗਏ ਸਨ ਕਿਉਂਕਿ CCTV ਕੈਮਰਿਆਂ ਨੇ ਦੱਸਦਾ ਸੀ ਰਾਤੋਂ ਰਾਤ ਸੋਨਾ ਖਰੀਦਿਆ ਗਿਆ। ਜਿਹੜੀ ਗੱਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਉਹਨਾਂ ਦੀ ਸਰਕਾਰ ਚਾਹੁੰਦੀ ਸੀ ਕਿ 14.5 ਲੱਖ ਕਰੋੜ ਰੁਪਏ ਸਰਕੂਲੇਸ਼ਨ 'ਚ ਹੈ, ਇਹਦੇ 'ਚੋਂ ਚੌਥਾ ਹਿੱਸਾ ਯਾਨੀ 3.5 ਲੱਖ ਕਰੋੜ ਤਾਂ ਕਾਲਾ ਧਨ ਆਉਣਾ ਹੀ ਨਹੀਂ, ਉਹ ਸਾਡਾ ਸ਼ੁੱਧ ਮੁਨਾਫਾ ਉਹਨੇ ਨਵੇਂ ਨੋਟ ਛਾਪ ਲਵਾਂਗੇ। ਉਹ ਗੱਲ ਨਹੀਂ ਸੀ ਹੋਈ। ਹੋਇਆ ਉਲਟਾ ਇਹ ਕਿ 14.5 ਲੱਖ ਕਰੋੜ ਸਰਕੂਲੇਸ਼ਨ ਸੀ ਤੇ ਉਹਦੇ ਨਾਲੋਂ 50,000 ਕਰੋੜ ਵੱਧ ਆ ਗਏ ਕਿਉਂਕਿ ਲੋਕਾਂ ਨੇ ਜਾਲੀ ਕਰੰਸੀ ਵਿੱਚ ਬਹੁਤ ਜਮ੍ਹਾਂ ਕਰਾਤੀ ਸੀ। ਇਹਦੇ ਤੋਂ ਬਾਅਦ ਇਹ ਆਖਿਆ ਗਿਆ ਕਿ ਵੱਡੇ ਨੋਟ 1000 ਵਾਲੇ ਇਸ ਕਰਕੇ ਬੰਦ ਕੀਤੇ ਆ ਕਿ ਜਿਨ੍ਹਾਂ ਨੇ ਬਲੈਕ ਮਨੀ ਰੱਖਣੀ ਆ ਉਹਦੇ 'ਚ ਰੱਖਦੇ ਆ, ਪਰ ਕਮਾਲ ਕੀਤੀ ਕਿ 1000 ਵਾਲੇ ਬੰਦ ਕਰਕੇ 2000 ਵਾਲੇ ਰੱਖ ਦਿੱਤੇ। ਇਹਦੇ ਨਾਲ ਤਾਂ ਉਹਨਾਂ ਦਾ ਕੰਮ ਹੋਰ ਸੌਖਾ ਹੋ ਗਿਆ। ਹੁਣ ਉਦੋਂ ਤੋਂ ਲੈ ਕੇ ਅੱਜ ਤੱਕ ਉਹਦੇ ਉੱਤੇ ਚਰਚਾ ਚੱਲਦੀ ਆਈ ਆ। ਬਹੁਤ ਸਾਰੇ ਲੋਕ ਇਹ ਪੁੱਛਦੇ ਆ ਕਿ ਸਰਕਾਰ ਇਹ ਨੋਟਬੰਦੀ ਕਰਕੇ ਜੋ ਇਹਦੇ 'ਚੋਂ ਸਿੱਟੇ ਕੱਢਣਾ ਚਾਹੁੰਦੀ ਸੀ ਕੀ ਉਹ ਸਿੱਟੇ ਨਿਕਲੇ ਆ, ਤੇ ਜੇ ਨਹੀਂ ਨਿਕਲੇ ਤੇ ਫਿਰ ਇਸ ਤਰ੍ਹਾਂ ਦੀ ਕਾਹਲ ਕਦਮੀ ਕਰਨ ਦੀ ਲੋੜ ਕੀ ਸੀ? ਸਰਕਾਰ ਕਹਿੰਦੀ ਸੀ ਅਸੀਂ ਅੱਤਵਾਦੀਆਂ ਦੀ ਫੰਡਿੰਗ ਰੋਕਣੀ, ਉਹ ਤਾਂ ਫੰਡਿੰਗ ਅਜੇ ਤੱਕ ਹੋਈ ਜਾਂਦੀ ਹੈ। ਸਰਕਾਰ ਕਹਿੰਦੀ ਸੀ ਤਸਕਰੀ ਯਾਨੀ ਸਮਗਲਿੰਗ ਰੋਕਣੀ ਆ, ਉਹ ਅਜੇ ਤੱਕ ਹੋਈ ਜਾਂਦੀ ਹੈ। ਸਰਕਾਰ ਕਹਿੰਦੀ ਸੀ ਕਾਲਾ ਧਨ ਜਿਹੜਾ ਉਹ ਜਿੰਨਾ ਇਕੱਠਾ ਕੀਤਾ ਬਾਹਰ ਕਢਾਉਣਾ, ਉਹ ਕਾਲਾ ਧਨ ਤਾਂ ਫਿਰ ਉਹਨਾਂ ਹੀ ਲੋਕਾਂ ਕੋਲ ਹੋ ਗਿਆ। ਕਿਸੇ IAS ਅਫਸਰ ਤੋਂ 20 ਕਰੋੜ ਨਿਕਲਦੇ ਆ, ਕਿਸੇ ਮੰਤਰੀ ਤੋਂ 40 ਕਰੋੜ ਨਿਕਲਦੇ ਆ, ਕਿਸੇ ਹੋਰ ਥਾਂ ਤੋਂ 100 ਕਰੋੜ ਨਿਕਲ ਰਹੇ ਨੇ। ਅੰਨ੍ਹੇਵਾਹ ਪੈਸਾ ਅਜੇ ਤੱਕ ਨਿਕਲਦਾ ਪਿਆ। ਇਹ ਵਾਰ-ਵਾਰ ਪੈਸਾ ਤੇ ਫਿਰ ਉੱਥੇ ਆਈ ਜਾਂਦਾ, ਤੇ ਫਿਰ ਸਰਕਾਰ ਨੇ ਉਹਦੇ 'ਚੋਂ ਹਾਸਲ ਕੀ ਕੀਤਾ ਸਿਵਾਏ ਸਾਰੇ ਲੋਕਾਂ ਨੂੰ ਖੱਜਲ ਖੁਆਰ ਕਰਨ ਤੋਂ। ਕਈ ਲੋਕ ਬੈਂਕਾਂ 'ਚ ਜਾ ਕੇ ਲੰਮੀਆਂ ਲਾਈਨਾਂ, ਉਹਨਾਂ ਨੇ ਮੈਨੇਜਰ ਕੁੱਟ ਦਿੱਤੇ। ਇੱਕ ਥਾਂ ਤੇ ਇੱਕ ਮੈਨੇਜਰ ਕੈਂਸਰ ਦਾ ਪੇਸ਼ੈਂਟ ਸੀ, ਇਹਦੇ ਬਾਵਜੂਦ ਉਹ ਬੈਂਕ ਵਿੱਚ ਆਇਆ ਕਿ ਪਬਲਿਕ ਤੰਗ ਆ ਮੈਂ ਉੱਥੇ ਚੱਲ ਜਾ, ਤੇ ਪਬਲਿਕ ਨੇ ਕੁੱਟਿਆ ਤੇ ਕੁਝ ਦਿਨਾਂ ਬਾਅਦ ਉਹਦੀ ਹਸਪਤਾਲ 'ਚ ਮੌਤ ਹੋ ਗਈ ਸੀ। ਇਹ ਸਾਰੇ ਕੁਝ ਖੱਟਿਆ ਕਿ ਅੱਜ ਤੱਕ ਲੋਕਾਂ ਨੂੰ ਪਤਾ ਨਹੀਂ ਲੱਗ ਸਕਿਆ। ਹੁਣ ਸਰਕਾਰ ਨੇ ਅਚਾਨਕ ਕਹਿ ਦਿੱਤਾ ਕਿ 2000 ਦੇ ਨੋਟ ਵੀ ਬੰਦ ਹੋ ਜਾਣਗੇ, ਇਹ ਤੁਸੀਂ 30 ਸਤੰਬਰ ਤੱਕ ਬਦਲਾ ਸਕਦੇ ਆ। ਇਹ ਕਹਿ ਦਿੱਤਾ ਕਿ ਚੱਲਦੇ ਫਿਰ ਵੀ ਰਹਿਣਗੇ, 30 ਸਤੰਬਰ ਤੋਂ ਬਾਅਦ ਫਿਰ ਵੀ ਚੱਲਦੇ ਰਹਿਣਗੇ ਜਾਂ ਉਹਦੇ ਤੋਂ ਪਹਿਲਾਂ ਫਿਰ ਵੀ ਚੱਲਦੇ ਰਹਿਣਗੇ। ਜੇ 30 ਸਤੰਬਰ ਤੋਂ ਬਾਅਦ ਨਾ ਚੱਲੇ ਤੇ ਜਿਨ੍ਹਾਂ ਲੋਕਾਂ ਕੋਲ ਹੋਣਗੇ ਉਹ ਕੀ ਕਰਨਗੇ ਕੀ ਨਹੀਂ ਕਰਨਗੇ ਇਹ ਵੀ ਨਹੀਂ ਦੱਸਿਆ ਗਿਆ। ਕੱਲ੍ਹ ਦੀ ਭਾਜੜ ਮੱਚੀ ਪਈ ਆ, ਜਿਨ੍ਹਾਂ ਦੇ ਕੋਲ 2-2 ਹਜ਼ਾਰ ਵਾਲੇ ਨੋਟ ਨੇ ਉਹ ਚੁੱਕ ਕੇ ਬੈਂਕਾਂ ਵੱਲ ਤੁਰੇ ਫਿਰਦੇ, ਅੱਡ-ਅੱਡ ਥਾਵਾਂ ਤੇ ਸਮਾਨ ਖਰੀਦਦੇ ਪਏ ਆ।
ਦੁਕਾਨਾਂ ਵਾਲੇ ਆਪੇ ਜਾ ਕੇ ਕਨਵਰਟ ਕਰਾ ਲੈਣ ਨਾ ਕਰਵਾ ਲੈਣ, ਇਹ ਉਹਨਾਂ ਦੇ ਸਿਰ ਸਿਆਪਾ ਪਵੇਗਾ। ਬੈਂਕਾਂ ਦੇ ਵਿੱਚ ਵੀ ਇਸ ਗੱਲ ਦਾ ਰਸ਼ ਪੈਣਾ ਸ਼ੁਰੂ ਹੋ ਗਿਆ ਕਿ ਜਿਨ੍ਹਾਂ ਲੋਕਾਂ ਕੋਲ ਪੈਸੇ ਆ 2000 ਵਾਲੇ ਨੋਟ ਉਹ ਜਾ ਕੇ ਬਦਲਾ ਲਓ। ਅੱਗੋਂ ਫਿਰ ਇਹ ਯਕੀਨ ਨਹੀਂ ਕਿ ਅਗਲੇ ਸਾਲ ਤੱਕ ਇਹ ਨਰਿੰਦਰ ਮੋਦੀ ਸਰਕਾਰ ਇਹੋ ਜਿਹਾ ਕੋਈ ਨਵਾਂ ਫੈਸਲਾ ਨਾ ਲੈ ਲੈਂਦੀ ਹੋਵੇ। ਜੇ ਬਾਰ-ਬਾਰ ਇਸ ਤਰ੍ਹਾਂ ਫੈਸਲੇ ਲੈਣੇ, ਫੈਸਲੇ ਬਦਲਣੇ ਆ ਤੇ ਫਿਰ ਇਕਾਨਮੀ ਟਿਕਦੀ ਨਹੀਂ। ਲੋਕਾਂ ਦੇ ਵਿੱਚ ਇੱਕ ਭਰੋਸਾ ਚਾਹੀਦਾ ਕਿ ਜੋ ਕੁਝ ਸਰਕਾਰ ਨੇ ਇੱਕ ਵਾਰੀ ਫੈਸਲਾ ਕਰ ਦਿੱਤਾ ਉਹਦੇ ਉੱਤੇ ਸਰਕਾਰ ਟਿਕੀ ਰਹੇਗੀ। ਹੁੰਦਾ ਇਹ ਆ ਕਿ ਹਰ ਸੀਜ਼ਨ ਸਰਕਾਰ ਕੋਈ ਨਾ ਕੋਈ ਨਵਾਂ ਫੈਸਲਾ ਕਰਦੀ ਹੈ, ਹਰ ਚੋਣ ਦੇ ਮੌਕੇ ਨਵਾਂ ਫੈਸਲਾ ਕਰਦੀ ਹੈ। ਹਰ ਵਾਰੀ ਇਦਾਂ ਦੇ ਫੈਸਲਿਆਂ ਦੇ ਨਾਲ ਆਮ ਜਨਤਾ ਤੰਗ ਹੁੰਦੀ ਹੈ। ਸਰਕਾਰ ਉੱਥੇ ਬੜੇ ਆਰਾਮ ਨਾਲ ਇੱਕ ਅੱਧਾ ਫੈਸਲਾ ਹੋਰ ਕਰਕੇ ਕਹਿ ਦਿੰਦੀ ਅਸੀਂ ਆਹ ਕਰ ਦਿੱਤਾ। ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਕੋਈ ਸਟੇਬਲ, ਕੋਈ ਸਥਿਰ, ਕੋਈ ਪੱਕੀ ਪਾਲਿਸੀ ਹੋਣੀ ਚਾਹੀਦੀ ਹੈ। ਅਜੇ ਤੱਕ ਇਹ 2014 ਚ ਨਰਿੰਦਰ ਮੋਦੀ ਸਰਕਾਰ ਬਣੀ ਸੀ, 9 ਸਾਲ ਲੰਘ ਗਏ ਆ, ਅਜੇ ਤੱਕ ਸਰਕਾਰ ਇਹਨਾਂ ਮਾਮਲਿਆਂ ਦੇ ਵਿੱਚ ਪੱਕੀ ਪਾਲਿਸੀ ਨਹੀਂ ਬਣਾ ਸਕੀ। ਉੱਦਾਂ ਪੁੱਛੋ ਤੇ ਉਹ ਕਹਿੰਦੇ ਆ ਸਾਡੇ ਨਾਲ ਦੀ ਪੱਕੀ ਪਾਲਿਸੀ ਕਦੇ ਕਿਸੇ ਨੇ ਬਣਾਈ ਨਹੀਂ। ਹਾਂ, ਇਹ ਹੋ ਸਕਦਾ ਕਿ ਇਦਾਂ ਦੀ ਪੱਕੀ ਪਾਲਿਸੀ ਹੈ ਜਿਹੜੀ ਕੋਈ ਪੱਕੀ ਨਹੀਂ, ਵਾਕਈ ਇਦਾਂ ਦੀ ਪਾਲਿਸੀ ਕਿਸੇ ਨੇ ਨਹੀਂ ਬਣਾਈ ਜਿਹੜੀ ਰੋਜ਼ ਦੀ ਰੋਜ਼ ਬਦਲਦੀ ਰਹੇ। ਕਿਤੇ ਨਾ ਕਿਤੇ ਜਾ ਕੇ ਚ ਸਟੇਬਿਲਿਟੀ, ਕੁਝ ਸਥਿਰਤਾ, ਕੁਝ ਇਦਾਂ ਦੀ ਇਕਸਾਰਤਾ ਹੋਣੀ ਚਾਹੀਦੀ ਹੈ ਜਿਹੜੀ ਅਜੇ ਤੱਕ ਨਹੀਂ ਲੱਭ ਰਹੀ। ਜੀ ਪਨੂ ਸਾਹਿਬ, ਉਧਰ 1984 ਦੇ ਸਿੱਖ ਕਤਲੇਆਮ ਮਾਮਲੇ ਦੇ ਵਿੱਚ ਜਗਦੀਸ਼ ਟਾਈਟਲਰ ਦੇ ਖਿਲਾਫ ਸੀਬੀਆਈ ਨੇ ਚਾਰਜਸ਼ੀਟ ਦਾਖਲ ਕੀਤੀ ਹੈ, ਕਿਵੇਂ ਆਖਦੇ ਹੋ ਜੀ? 1984 ਤੋਂ ਲੈ ਕੇ ਹੁਣ ਤੱਕ 39 ਸਾਲ ਤਾਂ ਹੋ ਗਏ ਨੇ, ਅਜੇ 38 39 ਹੋ ਜਾਣਗੇ। ਉਹ ਬੰਦਾ ਇਸ ਵੇਲੇ 80 ਦੇ ਨੇੜੇ ਤੇੜੇ ਪਹੁੰਚ ਗਿਆ, ਜਗਦੀਸ਼ ਟਾਈਟਲਰ। ਜੇ ਉਹ ਖਿੱਚ ਕੇ ਕੇਸ ਨੂੰ 10 ਸਾਲ ਹੋਰ ਲੈ ਗਿਆ, ਕੀ ਪਤਾ ਉਦੋਂ ਤੱਕ ਕੀ ਹੋਣਾ ਤੇ ਉਹਨੂੰ ਕੀ ਸਜ਼ਾ ਦੇ ਦੇਣਗੇ ਜੇ 90 ਨੂੰ ਪਹੁੰਚ ਗਿਆ ਤਾਂ। ਇਹੋ ਜਿਹੇ ਕੇਸਾਂ ਦੇ ਵਿੱਚ ਜਿੰਨਾ ਮਾਮਲਾ ਲਟਕਾਤਾ ਗਿਆ ਹੁਣ ਤੱਕ ਕੁਝ ਨਹੀਂ ਹੋ ਸਕਿਆ। ਸੱਜਣ ਕੁਮਾਰ ਦਾ ਕੇਸ ਤੇਜ਼ੀ ਨਾਲ ਚੱਲਿਆ ਸੀ, ਉਹ ਜੇਲ੍ਹ ਚਲਾ ਗਿਆ, ਇਹਦੇ ਕੇਸ ਵਿੱਚ ਕੁਝ ਨਹੀਂ ਹੋ ਸਕਿਆ। 1984 ਦੇ ਉਸ ਕਤਲੇਆਮ 'ਚ ਇਕੱਲਾ ਦੋਸ਼ੀ ਨਹੀਂ ਸੀ, HKL ਭਗਤ ਸੀ, ਉਹ ਮਰ ਗਿਆ। ਹੋਰ ਕੁਝ ਬੰਦੇ ਸਨ, ਸੱਜਣ ਕੁਮਾਰ ਵੀ ਸੀ, ਇਹ ਵੀ ਸੀ। ਇਹ ਪਹਿਲਾਂ ਤੋਂ ਵੀ ਦਿੱਲੀ 'ਚ ਬਦਨਾਮ ਬੰਦਾ ਸੀ। ਐਮਰਜੈਂਸੀ ਵੇਲੇ ਸੰਜੇ ਗਾਂਧੀ ਦੇ ਕਹਿਣ ਦੇ ਉੱਤੇ ਜਿਨ੍ਹਾਂ ਲੋਕਾਂ ਨੇ ਦਿੱਲੀ 'ਚ ਉਧੜ ਧੁੰਮੀ ਮਚਾਈ, ਜਿਨ੍ਹਾਂ ਨੇ ਗਰੀਬਾਂ ਦੇ ਘਰ ਢਾਉਣ 'ਚ ਅੱਗੇ ਲੱਗ ਕੇ ਕੰਮ ਕੀਤਾ, ਹਰ ਪੁੱਠੇ ਕੰਮ 'ਚ ਜਿਹੜੇ ਸੰਜੇ ਗਾਂਧੀ ਦੀ ਜੁੰਡੀ ਗਿਣੇ ਜਾਂਦੇ ਸਨ, ਇਹ ਉਹਨਾਂ 'ਚੋਂ ਇੱਕ ਆ। ਉਹਦੇ ਜਦੋਂ 1981 ਦੇ ਵਿੱਚ ਸੰਜੇ ਗਾਂਧੀ ਦੀ ਮੌਤ ਹੋ ਗਈ, ਉਹਦੇ ਤੋਂ ਬਾਅਦ ਇੰਦਰਾ ਗਾਂਧੀ ਨੇ ਵੱਡੇ ਪੁੱਤਰ ਨੂੰ ਪਾਇਲਟ ਦੀ ਨੌਕਰੀ ਛਡਾ ਕੇ ਰਾਜਨੀਤੀ 'ਚ ਲੈ ਆਂਦਾ, ਰਾਜੀਵ ਗਾਂਧੀ ਨੂੰ। ਤੇ ਇਹੋ ਹੀ ਜਗਦੀਸ਼ ਟਾਈਟਲਰ ਇਹ ਵੇਖ ਕੇ ਕਿ ਹੁਣ ਸੱਤਾ ਇਹਨੇ ਸੰਭਾਲਣੀ, ਉਹਦੇ ਨਾਲ ਜੁੜ ਗਿਆ, ਸਾਰੇ ਪੁੱਠੇ ਕੰਮ ਇਹੋ ਕਰਦਾ ਰਿਹਾ। ਤੇ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਦਿੱਲੀ ਵਿੱਚ ਜਿਹੜਾ ਸਿੱਖਾਂ ਦਾ ਕਤਲੇਆਮ ਹੋਇਆ, ਉਸ ਕਤਲੇਆਮ ਦੇ ਵਿੱਚ ਜਿਹੜੇ 4-5 ਬਹੁਤ ਬਦਨਾਮ ਚਿਹਰੇ ਸੀ, ਉਹਨਾਂ 'ਚੋਂ ਸਭ ਤੋਂ ਅੱਗੇ ਦਾ ਨਾਂ ਬਾਰ-ਬਾਰ ਲਿਆ ਜਾਂਦਾ ਰਿਹਾ। ਫਿਰ ਇਸ ਬੰਦੇ ਦੇ ਖਿਲਾਫ ਬੜੀ ਵਾਰ ਰੌਲਾ ਪਿਆ ਤੇ ਕਾਰਵਾਈ ਕੋਈ ਨਹੀਂ ਸੀ ਹੁੰਦੀ। ਅੱਡ-ਅੱਡ ਜੁਡੀਸ਼ੀਅਲ ਕਮਿਸ਼ਨਾਂ ਤੇ ਕਮੇਟੀਆਂ ਨੇ ਇਹਦਾ ਨਾਮ ਹੀ ਲਿਆ, ਕਾਰਵਾਈ ਨਹੀਂ ਸੀ ਹੁੰਦੀ। ਠੋਸ ਕਾਰਵਾਈ ਉਦੋਂ ਹੋਈ ਜਦੋਂ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਸੀ ਤੇ ਸਾਰਿਆਂ ਨੇ ਰੌਲਾ ਪਾਇਆ ਕਿ ਅਸੀਂ ਤਾਂ ਸਿੱਖ ਪ੍ਰਧਾਨ ਮੰਤਰੀ ਬਣੇ ਦੀ ਖੁਸ਼ੀ ਮਨਾਉਂਦੇ ਆ, ਤੇ ਜੇ ਤੁਹਾਡੇ ਹੁੰਦਿਆਂ ਵੀ ਇਹਨੂੰ ਜਗਦੀਸ਼ ਟਾਈਟਲਰ ਨੂੰ ਟਿਕਟ ਮਿਲ ਜਾਣੀ ਆ, ਸੱਜਣ ਕੁਮਾਰ ਨੂੰ ਟਿਕਟ ਮਿਲ ਜਾਣੀ ਜਿਹੜੇ ਸਿੱਖਾਂ ਦੇ ਦੁਸ਼ਮਣ ਨੇ, ਤੇ ਫਿਰ ਅਸੀਂ ਇਨਸਾਫ ਦੀ ਆਸ ਕਿੱਥੋਂ ਰੱਖਾਂਗੇ। ਉਹਨੂੰ ਫਿਰ ਇਹ ਕਹਿਣਾ ਪਿਆ ਕਿ ਇਹਨਾਂ ਬੰਦਿਆਂ ਦੀਆਂ ਟਿਕਟਾਂ ਰੱਦ ਕਰੋ। ਟਿਕਟਾਂ ਰੱਦ ਕਰ ਦਿੱਤੀਆਂ ਕਾਂਗਰਸ ਨੇ। ਫਿਰ ਵੀ ਇਹ ਕਾਂਗਰਸ ਦੇ ਵਿੱਚ ਅਜੇ ਤੱਕ ਇਹਦੀ ਇਹੋ ਜਿਹੀ ਹਸਤੀ ਆ ਕਿ ਕਾਂਗਰਸ ਕੋਈ ਵੀ ਪ੍ਰੋਗਰਾਮ ਕਰੇ ਤੇ ਇਹ ਸਾਰਿਆਂ ਤੋਂ ਅੱਗੇ ਜਾ ਕੇ ਬੈਠਾ ਹੁੰਦਾ, ਜਿਵੇਂ ਇਹਨੂੰ ਇਹ ਆ ਕਿ ਮੈਂ ਪਿੱਛੇ ਨਾ ਰਹਿ ਜਾਂਦਾ ਵਾਂ। ਹੁਣ ਜਿਹੜਾ ਕੇਸ ਇੱਥੇ ਬਣਿਆ, ਜਿਹਦੇ 'ਚ ਚਾਰਜ ਸ਼ੀਟ ਪੇਸ਼ ਹੋਈ ਆ, ਇਹ ਜਿੰਨਾ ਕੁ ਮੈਨੂੰ ਯਾਦ ਆ, ਕੁਝ ਰਿਪੋਰਟਾਂ ਇਹੋ ਜਿਹੀਆਂ ਸੀ, ਕੁਝ ਸਬੂਤ ਇਹੋ ਜਿਹੇ ਸੀ, ਕੁਝ ਸਟਿੰਗ ਆਪਰੇਸ਼ਨ ਇਹੋ ਜਿਹਾ ਕੀਤਾ ਗਿਆ ਸੀ ਜਿਹੜਾ ਦਿੱਲੀ ਦੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੇਕੇ ਤੇ ਉਹਦੇ ਸਾਥੀਆਂ ਨੇ ਕੀਤਾ ਸੀ। ਉਹ ਜਦੋਂ ਪੇਸ਼ ਕੀਤਾ ਗਿਆ, ਉਹਦੇ ਵਿੱਚ ਬਹੁਤ ਸਾਰੇ ਲੋਕਾਂ ਨੇ ਗੱਲਾਂ ਮੰਨੀਆਂ ਸਨ ਕਿ ਆਹ ਹੋਇਆ, ਉਹ ਹੋਇਆ, ਤੇ ਉਹਦੇ ਨਾਲ ਇਹ ਜਗਦੀਸ਼ ਟਾਈਟਲਰ ਬਹੁਤ ਫਸ ਗਿਆ ਸੀ। ਇਹਦੇ ਖਿਲਾਫ ਕੇਸ ਲੜਨ ਦਾ ਕੰਮ ਸੀਨੀਅਰ ਐਡਵੋਕੇਟ HS ਫੂਲਕਾ ਵੀ ਸ਼ੁਰੂ ਤੋਂ 1984 ਤੋਂ ਲੈ ਕੇ ਕਰਦਾ ਹੈ। ਇਹਨਾਂ ਦੋਵਾਂ ਦੀ ਕਈ ਵਾਰੀ ਟੀਵੀ ਚੈਨਲਾਂ ਤੇ ਵੀ ਆਮੋ ਸਾਹਮਣੇ ਤੂੰ ਮੈਂ ਹੋਈ, ਬੜੇ ਭਿੜੇ, ਬੜੀ ਲੜਾਈ ਹੋਈ। ਉਹ ਸਾਰੀ ਲੜਾਈ ਹੁੰਦਿਆਂ ਦੇ ਬਾਵਜੂਦ ਇਹਦਾ ਕੇਸ ਇੰਨਾ ਲਟਕਦਾ ਗਿਆ ਕਿ ਆ ਜਿਹੜਾ ਕੇਸ ਹੁਣ ਬਣਦਾ ਪਿਆ, ਇਹ ਵੀ 2005 ਤੋਂ ਬਣਨਾ ਸ਼ੁਰੂ ਹੋਇਆ ਸੀ, 18 ਸਾਲ ਤਾਂ ਫੇਰ ਲੰਘ ਗਿਆ। ਮੈਂ ਤਾਂ ਹੀ ਕਹਿਣਾ ਕਿ ਇਨਸਾਫ ਦੀ ਲੜਾਈ ਇੰਨੀ ਜੂੰ ਤੋਰ ਤੁਰਦੀ ਆ, ਇੰਨੀ ਕਛੂ ਕੁਮਾ ਵੀ ਨਹੀਂ ਕੀੜੀ ਦੀ ਤੋਰ ਤੁਰਦੀ ਆ ਕਿ ਜੇ ਇਸੇ ਹਿਸਾਬ ਨਾਲ ਇਹ ਕਾਰਵਾਈ ਚੱਲਦੀ ਰਹੀ ਤੇ ਅਗਲੇ 10-12 ਸਾਲ ਤਾਂ ਹੋਰ ਇਹ ਕਾਰਵਾਈ ਕਿਸੇ ਪਾਸੇ ਲੱਗਦੀ ਨਹੀਂ ਜਾਪਦੀ।
ਉਹਦੇ ਬਾਅਦ ਕਿਸੇ ਪਾਸੇ ਲਾਉਣ ਦਾ ਫਾਇਦਾ ਕੋਈ ਨਹੀਂ ਹੋਣਾ। ਇਹ ਜਿਸ ਤਰ੍ਹਾਂ ਭਾਰਤ ਵਿੱਚ ਇਨਸਾਫ ਦਾ ਮਾਮਲਾ ਲਟਕਦਾ ਜਾਂਦਾ ਔਰ ਦੋਸ਼ੀਆਂ ਨੂੰ ਲਟਕਾਉਣਾ ਆਉਂਦਾ ਕਿ ਹਰ ਗੱਲ ਦੇ ਉੱਤੇ ਇੱਕ ਅੱਧੀ ਅਰਜੀ ਦੇ ਛੱਡੋ ਅਦਾਲਤ ਵਿੱਚ, ਉਹਦੇ ਉੱਤੇ ਨਵੀਂ ਬਹਿਸ ਹੋ ਜੇ, ਉਸ ਬਹਿਸ ਦੇ ਉੱਤੇ ਇੱਕ ਅਰਜੀ ਹੋਰ ਦੇ ਦਿਓ, ਉੱਤੇ ਬਹਿਸ ਹੋ ਜੇ, ਹਰ ਗੱਲ ਨੂੰ ਚੈਲੰਜ ਕਰੀ ਜਾਓ ਹੇਠਲੀ ਅਦਾਲਤ ਤੋਂ ਸੈਸ਼ਨ ਕੋਰਟ ਵਿੱਚ, ਸੈਸ਼ਨ ਕੋਰਟ ਤੋਂ ਹਾਈ ਕੋਰਟ 'ਚ, ਹਾਈ ਕੋਰਟ ਤੋਂ ਸੁਪਰੀਮ ਕੋਰਟ, ਸੁਪਰੀਮ ਕੋਰਟ ਤੋਂ ਹੇਠਲੀ ਅਦਾਲਤ ਵਿੱਚ ਆ ਕੇ ਫਿਰ ਸੈਸ਼ਨ ਕੋਰਟ, ਹਾਈ ਕੋਰਟ, ਫਿਰ ਸੁਪਰੀਮ ਕੋਰਟ। ਜੀ ਇਹਨਾਂ ਕਮੇਟੀਆਂ, ਇਹਨਾਂ ਪੜਤਾਲਾਂ ਦੇ ਚੱਕਰ ਵਿੱਚ ਜਗਦੀਸ਼ ਟਰੈਕਟਰ ਇਕੱਲਾ ਨਹੀਂ, ਉਹਦੇ ਵਰਗੇ ਬਹੁਤ ਸਾਰੇ ਦੋਸ਼ੀ ਆ ਜਿਹੜੇ ਅੰਤ ਨੂੰ ਬਚ ਜਾਂਦੇ ਆ। ਹੋਣਾ ਨਹੀਂ ਇਹ ਚਾਹੀਦਾ, ਕਾਤਲ ਨੂੰ ਸਜ਼ਾ ਮਿਲਣੀ ਚਾਹੀਦੀ ਆ, ਪਰ ਸਾਡੇ ਦੇਸ਼ ਦਾ ਕਾਨੂੰਨੀ ਢਾਂਚਾ ਇਸ ਤਰ੍ਹਾਂ ਦਾ ਹੈਗਾ ਕਿ ਉਹਦੇ ਵਿੱਚ ਦੋਸ਼ੀ ਆਪਣੇ ਬਚਾਅ ਦੇ ਇੱਕ ਪਿੱਛੋਂ ਦੂਜਾ, ਦੂਜੇ ਪਿੱਛੋਂ ਤੀਜਾ ਇੰਨੇ ਕੁ ਰਾਹ ਲੱਭ ਜਾਂਦੇ ਆ ਕਿ ਕਈ ਵਾਰੀ ਪੀੜਤ ਜਿਹੜਾ ਦਿਲ ਛੱਡ ਕੇ ਬਹਿ ਜਾਂਦੇ ਆ ਕਿ ਹੁਣ ਨਹੀਂ ਕਿਤੇ ਇਨਸਾਫ ਮਿਲਣਾ। ਇਸ ਮਾਮਲੇ 'ਚ ਵੀ ਲਗਭਗ ਇਹੋ ਪੋਜੀਸ਼ਨ ਬਣੀ ਪਈ ਹੈ। ਜੀ ਬਿਲਕੁਲ ਪੰਨੂ ਸਾਹਿਬ, ਅੰਗਰੇਜ਼ੀ ਦੀ ਕਹਾਵਤ ਵੀ ਹੈ ਜਸਟਿਸ ਡਿਲੇਡ ਇਜ਼ ਜਸਟਿਸ ਡਿਨਾਈਡ। ਉਧਰ ਅੱਜ ਜਥੇਦਾਰ ਸਾਹਿਬ ਦੀ ਜੇਕਰ ਗੱਲ ਕਰੀਏ ਤਾਂ ਅੱਜ ਸਾਰਾ ਦਿਨ ਹੀ ਚਰਚਾ ਚੱਲਦੀ ਰਹੀ ਕਿ ਜਥੇਦਾਰ ਸਾਹਿਬ ਤੇ ਅੱਜ ਕੋਈ ਫੈਸਲਾ ਸ਼੍ਰੋਮਣੀ ਕਮੇਟੀ ਲੈ ਸਕਦੀ ਹੈ, ਉਹਨਾਂ ਨੂੰ ਹਟਾਇਆ ਜਾ ਸਕਦਾ ਹੈ, ਪਰ ਬਾਅਦ ਦੇ ਵਿੱਚ ਸ਼੍ਰੋਮਣੀ ਕਮੇਟੀ ਨੇ ਸਾਫ਼ ਕਰ ਦਿੱਤਾ ਕਿ ਜਥੇਦਾਰ ਸਾਹਿਬ ਸਾਡੇ ਸਤਿਕਾਰਤ ਨੇ ਤੇ ਉਹਨਾਂ ਸੰਬੰਧੀ ਅੱਜ ਕੋਈ ਵੀ ਫੈਸਲਾ ਅੰਤਰਿਮ ਕਮੇਟੀ ਦੀ ਮੀਟਿੰਗ ਦੇ ਵਿੱਚ ਨਹੀਂ ਲਿਆ ਜਾਣਾ। ਕਿਵੇਂ ਦੇਖਦੇ ਹੋ ਜੀ ਸਾਰੇ ਮਾਮਲੇ ਨੂੰ? ਜਿਹੜੀ ਗੱਲ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ, ਮੀਤ ਪ੍ਰਧਾਨ ਤੇ ਹੋਰ ਲੋਕਾਂ ਨੇ ਆਖੀ, ਇਹ ਕੱਲ ਕਿਉਂ ਨਾ ਆਖ ਦਿੱਤੀ? ਅੱਜ ਉਹ ਕਹਿੰਦੇ ਆ ਕਿ ਜਥੇਦਾਰ ਸਾਹਿਬ ਸਾਡੇ ਸਤਿਕਾਰਤ ਹੈ। ਕੱਲ ਪੁੱਛਿਆ ਜਾ ਰਿਹਾ ਸੀ ਤੇ ਕੋਈ ਇਦਾਂ ਦੀ ਗੱਲ ਨਹੀਂ ਸੀ ਕਹਿੰਦਾ। ਹੋਇਆ ਕੀ ਆ ਕਿ ਆਮ ਆਦਮੀ ਪਾਰਟੀ ਦੇ ਪਾਰਲੀਮੈਂਟ ਮੈਂਬਰ ਰਾਘਵ ਚੱਡਾ ਦੀ ਮੰਗਣੀ ਦੇ ਉੱਤੇ ਜਥੇਦਾਰ ਸਾਹਿਬ ਨੂੰ ਉਹਨੇ ਸੱਦਾ ਦੇ ਦਿੱਤਾ, ਜਥੇਦਾਰ ਸਾਹਿਬ ਉੱਥੇ ਚਲੇ ਗਏ। ਇਸ ਗੱਲ ਤੋਂ ਅਕਾਲੀ ਦਲ ਦਾ ਇੱਕ ਸਾਬਕਾ ਵਿਧਾਇਕ ਜਿਹੜਾ ਚੀਫ ਪਾਰਲੀਮੈਂਟਰੀ ਸੈਕਟਰੀ ਵੀ ਆ ਤੇ ਬੋਲਣ ਲੱਗਿਆ ਅੱਗਾ ਪਿੱਛਾ ਨਹੀਂ ਵੇਂਦਾ, ਉਹਨੇ ਇੱਕ ਬਿਆਨ ਦੇ ਦਿੱਤਾ। ਉਸ ਬਿਆਨ ਨੂੰ ਲੈ ਕੇ ਰੌਲਾ ਪੈ ਗਿਆ ਜਥੇਦਾਰ ਸਾਹਿਬ ਨੂੰ ਹਟਾ ਦਿਓ। ਜਦੋਂ ਆਹ ਗੱਲ ਸਾਰੀ ਹੋਈ ਤੇ ਹਰ ਪਾਸੇ ਚਰਚਾ ਚੱਲਣ ਦੇ ਬਾਵਜੂਦ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰਾਂ 'ਚੋਂ ਕੋਈ ਨਹੀਂ ਬੋਲਿਆ। ਹੋਣਾ ਇਹ ਚਾਹੀਦਾ ਸੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ, ਜਨਰਲ ਸੈਕਟਰੀ ਤੇ ਹੋਰ ਲੋਕ ਇਹ ਕਹਿੰਦੇ ਕਿ ਜਥੇਦਾਰ ਸਾਹਿਬ ਸਤਿਕਾਰਤ ਨੇ, ਉਹਨਾਂ ਨਾਲ ਬੈਠ ਕੇ ਅਸੀਂ ਗੱਲ ਕਰਾਂਗੇ, ਜੇ ਕੋਈ ਮਤਭੇਦ ਵੀ ਹੋਏ ਤੇ ਅਸੀਂ ਬੈਠ ਕੇ ਵਿਚਾਰ ਲਵਾਂਗੇ। ਪਰ ਇਸ ਤਰ੍ਹਾਂ ਅਸੀਂ ਪ੍ਰੈਸ ਵਿੱਚ ਇਹ ਗੱਲ ਨਹੀਂ ਕਹਿਣੀ। ਪ੍ਰੈਸ ਵਿੱਚ ਕੁਝ ਲੋਕ ਕਹਿੰਦੇ ਰਹੇ, ਇਹ ਚੁੱਪ ਕੀਤੇ ਰਹੇ। ਅੱਜ ਇਸ ਖਬਰ ਚਾਰੇ ਪਾਸੇ ਗਰਮ ਸੀ ਕਿ ਇੱਥੇ ਏਜੰਡੇ ਦੇ ਉੱਤੇ ਹੈ ਕਿ ਜਥੇਦਾਰ ਸਾਹਿਬ ਨੂੰ ਬਦਲ ਦਿੱਤਾ ਜਾਣਾ। ਕੱਲ ਸ਼ਾਮ ਨੂੰ 5 ਜਣਿਆਂ ਦੇ ਨਾਮ ਹੀ ਆ ਗਏ ਸੀ ਕਿ ਇਹਨਾਂ 5 ਚੋਂ ਕਿਸੇ ਇੱਕ ਨੂੰ ਜਥੇਦਾਰ ਬਣਾਇਆ ਜਾ ਰਿਹਾ। ਹੁਣ ਕਮਾਲ ਦੀ ਗੱਲ ਇਹ ਹੈ ਕਿ ਅੱਜ ਸਾਰੇ ਕੁਝ ਤੋਂ ਸ਼੍ਰੋਮਣੀ ਕਮੇਟੀ ਪਾਸੇ ਹੋ ਗਈ। ਉਹਦਾ ਕਾਰਨ ਕੀ ਹੈ? ਕਿਉਂਕਿ ਅੱਜ ਦੇ ਕੁਝ ਅਖਬਾਰਾਂ 'ਚ ਸਾਰੀ ਹਕੀਕਤ ਆ ਗਈ ਸੀ ਕਿ ਜਥੇਦਾਰ ਸਾਹਿਬ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਬਦਲੇ ਜਾਣ ਦੇ ਉੱਤੇ ਇਹਦੇ ਪਿੱਛੇ ਇੱਕ ਬਹੁਤ ਵੱਡਾ ਸਿਆਸੀ ਦਬਾਅ ਕੰਮ ਕਰ ਰਿਹਾ। ਜਥੇਦਾਰ ਸਾਹਿਬ ਬਾਰੇ 2 ਅਖਬਾਰਾਂ ਨੇ ਤੇ ਸਿੱਧੇ ਲਫ਼ਜ਼ਾਂ 'ਚ ਕਹਿਤਾ ਕਿ ਉਹਨਾਂ ਨੂੰ ਇਸ ਗੱਲ ਵਾਸਤੇ ਦਬਾਅ ਪਾਇਆ ਗਿਆ ਸੀ ਕਿ 2015 ਦੇ ਬੇਅਦਬੀ ਕਾਂਡ ਦੇ ਵਿੱਚ ਤੁਸੀਂ ਸਾਰਾ ਕੁਝ ਕਲੀਨ ਚਿੱਟ ਦੇ ਦਿਓ ਤਾਂ ਕਿ ਅੱਗੇ ਤੋਂ ਇੱਕ ਸਿਆਸੀ ਪਾਰਟੀ ਉੱਠ ਸਕੇ। ਤੇ ਜਥੇਦਾਰ ਸਾਹਿਬ ਕਿਉਂਕਿ ਸਹਿਮਤ ਨਹੀਂ ਸਨ ਹੋਏ, ਇਸ ਕਰਕੇ ਉਹਨਾਂ ਦੇ ਖਿਲਾਫ ਕਾਰਵਾਈ ਹੋਣ ਲੱਗੀ ਹੈ। ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੰਨਾ ਹੀ ਆਖਿਆ ਕਿ ਜਥੇਦਾਰ ਸਾਹਿਬ ਸਾਡੇ ਸਤਿਕਾਰਤ ਨੇ, ਅਸੀਂ ਉਹਨਾਂ ਦੇ ਖਿਲਾਫ ਕਾਰਵਾਈ ਨਹੀਂ ਕਰ ਰਹੇ, ਪਰ ਇਹ ਤਾਂ ਨਹੀਂ ਆਖਿਆ ਕਿ ਆ ਜਿਹੜੀਆਂ ਬਾਕੀ ਗੱਲਾਂ ਅਖਬਾਰਾਂ 'ਚ ਆਈਆਂ ਫਾਲਤੂ ਨੇ। ਦੇਖੋ, ਦੇਖਣ ਵਾਲੀ ਗੱਲ ਇਹ ਹੈ ਕਿ ਜੇ ਸ਼੍ਰੋਮਣੀ ਕਮੇਟੀ ਇਦਾਂ ਦਾ ਮੁੱਦਾ ਚੁੱਕਦੀ, ਲੋਕਾਂ ਵਿੱਚ ਪ੍ਰਭਾਵ ਕੀ ਜਾਣਾ ਸੀ। ਇੱਕ ਤਾਂ ਇਹ ਆਪ ਹੀ ਕਹਿੰਦੇ ਆ ਸਾਰੀ ਦੁਨੀਆ ਨੂੰ ਕਿ ਦੁਨੀਆ ਭਰ ਦੇ ਸਿੱਖਾਂ ਦੀ ਸਰਮੌਰ ਹਸਤੀ, ਸੁਪਰੀਮ ਹਸਤੀ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਹੁੰਦਾ। ਦੂਸਰੇ ਪਾਸੇ ਇਹ ਹਾਲਤ ਹੈ ਕਿ ਪਹਿਲਾਂ ਜਥੇਦਾਰ ਭਾਈ ਰਣਜੀਤ ਸਿੰਘ ਨੂੰ ਅੱਧੀ ਰਾਤ ਸਰਕਟ ਹਾਊਸ 'ਚ ਬਹਿ ਕੇ ਫੈਸਲਾ ਕੀਤਾ ਗਿਆ ਤੇ ਉਹਨੂੰ ਜਥੇਦਾਰੀ ਤੋਂ ਲਾ ਕੇ ਭਜਾਤਾ ਗਿਆ। ਜਿਹੜੀ ਸੁਪਰੀਮ ਹਸਤੀ ਆ, ਸੁਪਰੀਮ ਸੀਟ ਆ, ਉਹਦੇ ਅਹੁਦੇਦਾਰ ਨੂੰ ਇੱਦਾਂ ਸਰਕਟ ਹਾਊਸਾਂ 'ਚ ਬਹਿ ਕੇ ਲਾਤਾ ਜਾਵੇ, ਸਿੱਖਾਂ ਨੂੰ ਉਦੋਂ ਵੀ ਪਸੰਦ ਨਹੀਂ ਸੀ ਆਇਆ। ਉਹਦੀ ਥਾਂ ਤੇ ਗਿਆਨੀ ਪੂਰਨ ਸਿੰਘ ਨੂੰ ਬਣਾਇਆ ਤੇ 1 ਸਾਲ ਮਸਾ ਲੰਘਿਆ ਤੇ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਨਾਲ ਝਗੜਾ ਹੋ ਗਿਆ, ਫਿਰ ਉਹਨੂੰ ਲਾਤਾ। ਉਹਦੀ ਥਾਂ ਦੇ ਉੱਤੇ ਗਿਆਨੀ ਜੋਗਿੰਦਰ ਸਿੰਘ ਵਿਦਾਂਤੀ ਨੂੰ ਬਣਾਇਆ ਤੇ ਮਸਾ 1 ਸਾਲ ਲੰਘਿਆ ਤੇ ਜਿਹੜੇ ਗਿਆਨੀ ਪੂਰਨ ਸਿੰਘ ਨੂੰ ਜਥੇਦਾਰੀ ਤੋਂ ਲਾਇਆ ਸੀ, ਬਹੁਤ ਬੁਰੀ ਤਰ੍ਹਾਂ ਬਦਨਾਮ ਕਰਕੇ ਲਾਇਆ ਸੀ ਨਾ, ਉਹਨੂੰ ਮੁੜ ਕੇ ਦਰਬਾਰ ਸਾਹਿਬ ਦਾ ਹੈੱਡ ਗ੍ਰੰਥੀ ਬਣਾਤਾ। ਫਿਰ ਦੋਵੇਂ ਆਮੋ ਸਾਹਮਣੇ ਇਕੱਠੇ ਬਹਿ ਗਏ ਤੇ ਇੱਕ ਦੂਸਰੇ ਨਾਲ ਬੋਲਚਾਲ ਬੰਦ ਸੀ। ਇਹਦੇ ਤੋਂ ਬਾਅਦ ਵੀ ਕਿੰਨਾ ਕੁਛ ਹੋਇਆ। ਗਿਆਨੀ ਗੁਰਬਚਨ ਸਿੰਘ ਨੂੰ ਲਿਆਂਦਾ ਗਿਆ, ਉਹਦੇ ਤੋਂ ਸੱਚੇ ਸੌਦੇ ਵਾਲੇ ਡੇਰਾ ਮੁਖੀ ਨੂੰ ਰਾਮ ਰਹੀਮ ਨੂੰ ਮੁਆਫੀ ਦਵਾਈ ਗਈ। ਉਹ ਮੁਆਫੀ ਤੇ ਦਵਾਉਣ ਵਾਲੇ ਸਿਆਸੀ ਲੀਡਰ ਸਨ। ਇਹ ਵੀ ਰੌਲਾ ਉਦੋਂ ਪਿਆ ਕਿ ਇਹਨਾਂ ਨੂੰ ਸੱਦ ਕੇ ਸਿਆਸੀ ਲੀਡਰ ਦੀ ਕੋਠੀ 'ਚ, ਸਰਕਾਰੀ ਕੋਠੀ 'ਚ, ਤੇ ਉੱਥੇ ਹੁਕਮ ਚਾੜਿਆ ਗਿਆ ਕਿ ਤੁਸੀਂ ਉਹਨੂੰ ਸੱਚੇ ਸੌਦੇ ਵਾਲੇ ਨੂੰ ਮੁਆਫੀ ਦੇ ਦਿਓ। ਫਿਰ ਉਹਦੇ ਤੋਂ ਬਾਅਦ ਇਹ ਤਾਂ ਪਾਸੇ ਰਹਿ ਗਏ। ਗਿਆਨੀ ਗੁਰਬਚਨ ਸਿੰਘ ਅਕਾਲ ਤਖਤ ਦਾ ਜਥੇਦਾਰ ਸੀ। ਇਤਿਹਾਸ ਵਿੱਚ ਪਹਿਲੀ ਵਾਰ ਹੋਇਆ
ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਪੁਤਲੇ ਬਣਾ ਕੇ ਪ੍ਰਕਰਮਾਂ 'ਚ ਘੜੀਸੇ ਗਏ, ਬਾਹਰ ਲਿਆ ਕੇ ਉਹਨਾਂ ਪੁਤਲਿਆਂ ਨੂੰ ਕੁੱਟਿਆ ਗਿਆ ਤੇ ਅੱਗ ਲਾਈ। ਇਹ ਕਦੇ ਅੱਗੇ ਨਹੀਂ ਸੀ ਹੋਇਆ। ਉਹਦੀ ਇੰਨੀ ਬੇਇੱਜ਼ਤੀ ਕਰਾਉਣ ਤੋਂ ਬਾਅਦ, ਸਾਰੇ ਪਾਸੇ ਰੌਲਾ ਪੈਣ ਤੋਂ ਬਾਅਦ, ਫਿਰ ਉਸੇ ਤੋਂ ਇੱਕ ਹੁਕਮਨਾਮਾ ਕਰਵਾਇਆ ਗਿਆ ਕਿ ਸੱਚੇ ਸੌਦੇ ਵਾਲੇ ਨੂੰ ਜਿਹੜੀ ਮਾਫੀ ਦਿੱਤੀ ਸੀ ਉਹ ਸਿੱਖ ਸੰਗਤ ਨੇ ਪ੍ਰਵਾਨ ਨਹੀਂ ਕੀਤੀ, ਇਸ ਕਰਕੇ ਵਾਪਸ ਲਈ ਜਾਂਦੀ ਆ। ਉਦੋਂ ਬਾਅਦ ਗਿਆਨੀ ਗੁਰਬਚਨ ਸਿੰਘ ਦੀ ਜਿਸ ਤਰ੍ਹਾਂ ਥਾਂ ਥਾਂ ਤੇ ਬੇਇੱਜ਼ਤੀ ਹੁੰਦੀ ਰਹੀ ਸਾਰਿਆਂ ਨੂੰ ਪਤਾ। ਉਹਦੇ ਜਾਣ ਤੋਂ ਬਾਅਦ ਹੁਣ ਇਹਨੂੰ ਗਿਆਨੀ ਹਰਪ੍ਰੀਤ ਸਿੰਘ ਨੂੰ ਲਿਆਂਦਾ, 2018 'ਚ ਇਹਨੂੰ ਜਥੇਦਾਰ ਬਣਾਇਆ ਗਿਆ। 5 ਸਾਲ ਲੰਘ ਗਏ, ਅਜੇ ਤੱਕ ਇਹਨੂੰ ਐਕਟਿੰਗ ਰੱਖਿਆ। ਪੱਕਾ ਜਥੇਦਾਰ ਇਸ ਕਰਕੇ ਨਹੀਂ ਬਣਾਉਂਦੇ ਕਿ ਜੇ ਪੱਕਾ ਹੋ ਗਿਆ ਤੇ ਪਤਾ ਨਹੀਂ ਕੀ ਕਰੇ। ਇਹਨੂੰ ਐਕਟਿੰਗ ਰੱਖੋ, ਕਾਰਜਕਾਰੀ ਰੱਖੋ। ਐਕਟਿੰਗ ਰੱਖ ਕੇ ਐਕਟਿੰਗ ਕਰਾਉਣੀ ਇਹ ਕੋਈ ਤਰੀਕਾ ਥੋੜਾ। ਉਹਨੂੰ ਜੇ ਸੁਪਰੀਮ ਹਸਤੀ ਆ ਤੇ ਸੁਪਰੀਮ ਨੂੰ ਸੁਪਰੀਮ ਬਣਨ ਵੀ ਦਿਓ, ਉਹਦਾ ਸਤਿਕਾਰ ਉਸ ਕਿਸਮ ਦਾ ਹੋਣਾ ਚਾਹੀਦਾ। ਚੰਗੀ ਗੱਲ ਇਹ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਐਡਵੋਕੇਟ ਨੇ ਇਸ ਗੱਲ ਤੇ ਸਟੈਂਡ ਲੈ ਲਿਆ। ਜੋ ਮੇਰੇ ਕੋਲ ਗੱਲ ਪਹੁੰਚੀ ਆ ਕਿ ਉੱਥੇ ਕੁਝ ਸਿਆਣੇ ਬੰਦਿਆਂ ਨੇ ਸਮਝਾਇਆ ਕਿ ਜਿਹੜਾ ਰੌਲਾ ਪੈਣਾ ਸੀ ਪੈ ਚੁੱਕਾ। ਰੌਲਾ ਉਦੋਂ ਕਿਉਂ ਨਾ ਪਿਆ ਜਦੋਂ ਇਹ ਚਰਨਜੀਤ ਸਿੰਘ ਚੰਨੀ ਦੇ ਪੁੱਤਰ ਦੇ ਵਿਆਹ ਤੇ ਗਿਆ ਤੇ ਅਰਦਾਸ ਕੀਤੀ ਸੀ। ਉਸ ਮੁੱਦੇ ਨੂੰ ਪਾਸੇ ਛੱਡ ਕੇ ਅੱਜ ਵਾਲੇ ਮੁੱਦੇ ਤੇ ਕਰੋਗੇ ਤੇ ਲੋਕ ਕਹਿਣਗੇ ਅਕਾਲੀ ਤੇ ਕਾਂਗਰਸੀ ਆਪੋ ਵਿੱਚ ਮਿਲੇ ਆ, ਇੱਕ ਦੂਜੇ ਦੇ ਚਲਾ ਜਾਵੇ ਤੇ ਕੋਈ ਗੱਲ ਨਹੀਂ, ਆਮ ਆਦਮੀ ਪਾਰਟੀ ਦੇ ਜਾਵੇ ਤੇ ਮੁੱਦਾ ਬਣ ਜਾਂਦਾ। ਚੰਗੀ ਗੱਲ ਹੈ ਕਿ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇੰਟਰਮ ਕਮੇਟੀ 'ਚ ਅਲਟੀਮੇਟਲੀ ਇਹ ਫੈਸਲਾ ਇਹੋ ਜਿਹਾ ਨਹੀਂ ਕੀਤਾ ਗਿਆ, ਗੱਲ ਟਲ ਗਈ ਆ। ਔਰ ਅੱਗੇ ਤੋਂ ਵੀ ਇਹਦੇ ਬਾਰੇ ਸੋਚ ਕੇ ਚੱਲਣਾ ਚਾਹੀਦਾ ਕਿ ਇਦਾਂ ਦੁਬਾਰਾ ਕੋਈ ਵਿਵਾਦ ਨਾ ਉੱਠੇ। ਜਿਹੜੇ ਬੰਦੇ ਮੁੜ-ਮੁੜ ਵਿਵਾਦ ਖੜੇ ਕਰਨ ਦੇ ਆਦੀ ਆ ਉਹਨਾਂ ਨੂੰ ਸਮਝਾਉਣਾ ਚਾਹੀਦਾ ਕਿ ਹਰ ਗੱਲ ਤੇ ਬੇਲੋੜਾ ਨਾ ਬੋਲਿਆ ਕਰਨ। ਜੀ ਬਿਲਕੁਲ ਪਨੂ ਸਾਹਿਬ, ਦਿੱਲੀ ਦੀ ਜੇਕਰ ਗੱਲ ਕਰੀਏ ਤਾਂ ਦਿੱਲੀ ਸਰਕਾਰ ਦੇ ਹੱਕ ਦੇ ਵਿੱਚ ਹਾਲ ਹੀ ਦੇ ਵਿੱਚ ਸੁਪਰੀਮ ਕੋਰਟ ਦਾ ਫੈਸਲਾ ਆਇਆ ਸੀ। ਉਸ ਦੇ ਖਿਲਾਫ ਹੁਣ ਕੇਂਦਰ ਸਰਕਾਰ ਦੇ ਵੱਲੋਂ ਇੱਕ ਆਰਡੀਨੈਂਸ ਜਾਰੀ ਕੀਤਾ ਗਿਆ ਅਧਿਕਾਰੀਆਂ ਦੇ ਤਬਾਦਲਿਆਂ ਨੂੰ ਲੈ ਕੇ। ਹੁਣ ਮਾਮਲਾ ਸੁਪਰੀਮ ਕੋਰਟ ਦੇ ਵਿੱਚ ਪੁੱਜਾ ਹੈ। ਕੀ ਹੈ ਜੀ ਪੂਰਾ ਮਾਮਲਾ ਇਹ? ਦੇਖੋ, ਦਿੱਲੀ ਦੇ ਜਿਹੜਾ ਨਿਯਮ ਕਾਨੂੰਨ ਸੀ ਉਹਨਾਂ ਦੇ ਮੁਤਾਬਕ ਪਹਿਲਾਂ ਵੀ ਸਰਕਾਰਾਂ ਚੱਲਦੀਆਂ ਰਹੀਆਂ। ਨਰਸਿਮਹਾ ਰਾਓ ਕਾਂਗਰਸੀ ਪ੍ਰਧਾਨ ਮੰਤਰੀ ਸੀ, ਉਹਦੇ ਹੁੰਦਿਆਂ ਭਾਜਪਾ ਦੇ 3 ਜਣੇ ਮੁੱਖ ਮੰਤਰੀ ਰਹੇ, ਮਦਨ ਲਾਲ ਖੁਰਾਣਾ, ਸਾਹਿਬ ਸਿੰਘ ਵਰਮਾ ਤੇ ਸੁਸ਼ਮਾ ਸਵਰਾਜ। ਕਦੇ ਕਿਸੇ ਲੈਫਟੀਨੈਂਟ ਗਵਰਨਰ ਨੇ ਰੇੜਕਾ ਨਹੀਂ ਪਾਇਆ, ਕੇਂਦਰ ਸਰਕਾਰ ਨੇ ਦਖਲ ਨਹੀਂ ਸੀ ਦਿੱਤਾ। ਫਿਰ ਵਾਜਪਾਈ ਸਰਕਾਰ ਆਈ, ਇੰਦਰ ਕੁਮਾਰ ਗੁਜਰਾਲ ਦੀ ਸਰਕਾਰ ਆਈ, HD ਦੇਵਗੌੜਾ ਦੀ ਸਰਕਾਰ ਆਈ, ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਆਈ। ਇੰਨੀਆਂ ਸਰਕਾਰਾਂ ਆਈਆਂ, ਕਾਂਗਰਸ ਦੀ ਸ਼ੀਲਾ ਦੀਕਸ਼ਿਤ ਰਾਜ ਕਰਦੀ ਸੀ, ਕਦੇ ਕਿਸੇ ਨੇ ਰੇੜਕਾ ਨਹੀਂ ਸੀ ਪਾਇਆ। ਜਦੋਂ ਆਮ ਆਦਮੀ ਪਾਰਟੀ ਵਾਲੇ ਆਏ ਤੇ ਸਾਰੀਆਂ ਪਾਰਟੀਆਂ ਇਹਨਾਂ ਦੇ ਖਿਲਾਫ ਹੋ ਗਈਆਂ। ਉਹ 2013 ਦੀਆਂ ਚੋਣਾਂ ਵੀ, 2015 ਦੀਆਂ ਚੋਣਾਂ 'ਚ ਵੀ ਭਾਜਪਾ ਨੇ ਤੇ ਕਾਂਗਰਸ ਨੇ ਦੋਵਾਂ ਨੇ ਵਾਅਦਾ ਕੀਤਾ ਸੀ ਜੇ ਅਸੀਂ ਜਿੱਤ ਗਏ ਤੇ ਦਿੱਲੀ ਨੂੰ ਪੂਰੇ ਰਾਜ ਦਾ ਦਰਜਾ ਦੇਵਾਂਗੇ। ਜਿੱਤ ਗਈ ਆਮ ਆਦਮੀ ਪਾਰਟੀ ਤੇ ਫਿਰ ਇਹਨਾਂ ਨੇ ਪੂਰੇ ਰਾਜ ਦਾ ਦਰਜਾ ਕੀ ਦੇਣਾ ਸੀ, ਜਿਹੜਾ ਮਾੜਾ ਮੋਟਾ ਦਰਜਾ ਮਿਲਿਆ ਸੀ ਉਹ ਵੀ ਖੋਣਾ ਸ਼ੁਰੂ ਕਰਤਾ। ਇੰਨੇ ਅਧਿਕਾਰ ਵਧਾਤੇ ਲੈਫਟੀਨੈਂਟ ਗਵਰਨਰ ਦੇ ਕਿ ਉਹ ਸਾਰਾ ਕੁਝ ਕਰੇਗਾ। ਪਿਛਲੇ ਤੋਂ ਪਿਛਲੇ ਸਾਲ ਇਹਨਾਂ ਨੇ ਪਾਰਲੀਮੈਂਟ 'ਚ ਇੱਕ ਬਿੱਲ ਪਾਸ ਕਰ ਦਿੱਤਾ ਕਿ ਦਿੱਲੀ ਵਿੱਚ ਸਰਕਾਰ ਦਾ ਮਤਲਬ ਲੈਫਟੀਨੈਂਟ ਗਵਰਨਰ ਆ, ਮੰਤਰੀ ਮੰਡਲ ਨਹੀਂ। ਜੋ ਵਿਧਾਨ ਸਭਾ 'ਚ ਪਾਸ ਹੋਵੇਗਾ ਉੱਤੇ ਮੋਹਰ ਲੈਫਟੀਨੈਂਟ ਗਵਰਨਰ ਲਾਵੇਗਾ। ਇੱਕ ਜੇ ਕਿਸੇ SDO ਦੀ ਬਦਲੀ ਵੀ ਕਰਨੀ ਹੈ, ਜੂਨੀਅਰ ਇੰਜੀਨੀਅਰ ਦੀ ਵੀ ਕਰਨੀ ਹੈ ਤੇ ਲੈਫਟੀਨੈਂਟ ਗਵਰਨਰ ਕਰੇਗਾ। ਮੁੱਖ ਮੰਤਰੀ ਫਿਰ ਕਾਹਦੇ ਲਈ ਬਿਠਾਇਆ? ਮੁੱਖ ਮੰਤਰੀ ਕੋਈ ਪੇਪਰ ਵੇਟ ਹੁੰਦਾ? ਇਹ ਮਸਲਾ ਜਦੋਂ ਸੁਪਰੀਮ ਕੋਰਟ 'ਚ ਗਿਆ ਤੇ ਸੁਪਰੀਮ ਕੋਰਟ ਨੇ ਕਹਿਤਾ ਲੋਕਾਂ ਦੀ ਚੁਣੀ ਹੋਈ ਸਰਕਾਰ ਲੋਕਾਂ ਨੂੰ ਜਵਾਬਦੇਹ ਆ। ਮੁੱਖ ਮੰਤਰੀ ਕੋਲ ਸਾਰੇ ਅਧਿਕਾਰ ਹੋਣੇ ਚਾਹੀਦੇ ਟਰਾਂਸਫਰਾਂ ਦੇ, ਪੋਸਟਿੰਗ ਦੇ। ਇਹਨਾਂ ਅਧਿਕਾਰਾਂ ਨੂੰ ਫਿਰ ਹੁਣ ਜੇ ਸੁਪਰੀਮ ਕੋਰਟ ਦਾ ਫੈਸਲਾ ਇਹ ਆ ਹੀ ਗਿਆ ਸੀ ਤੇ ਮੰਨ ਲੈਂਦੇ। ਕੇਂਦਰ ਸਰਕਾਰ ਨੇ ਇਹਨੂੰ ਰੱਦ ਕਰਨ ਵਾਸਤੇ ਵੀ ਇੱਕ ਆਰਡੀਨੈਂਸ ਜਾਰੀ ਕਰ ਦਿੱਤਾ। ਆਰਡੀਨੈਂਸ ਜਾਰੀ ਕਰਨ ਦਾ ਮਤਲਬ ਇਹ ਆ ਕਿ ਜਿਵੇਂ ਜ਼ੁੰਬਦ ਕੇ ਜ਼ੁੰਬਦ ਨਾ ਜ਼ੁੰਬਦ ਗੁਲ ਮੁਹੰਮਦ, ਧਰਤੀ ਘੁੰਮਦੀ ਤੇ ਘੁੰਮ ਜਾਵੇ, ਗੁਲ ਮੁਹੰਮਦ ਨੇ ਨਹੀਂ ਘੁੰਮਣਾ। ਅਸੀਂ ਤੇ ਇਸ ਗੱਲ ਤੇ ਆ ਕਿ ਅਰਵਿੰਦ ਕੇਜਰੀਵਾਲ ਨੂੰ ਸਰਕਾਰ ਨਹੀਂ ਚਲਾਉਣ ਦੇਣੀ। ਇਹ ਆਰਡੀਨੈਂਸ ਜਾਰੀ ਕਰਕੇ ਹੋਣਾ ਤੇ ਚਾਹੀਦਾ ਸੀ ਕਿ ਅਰਵਿੰਦ ਕੇਜਰੀਵਾਲ ਦੀ ਦਿੱਲੀ ਸਰਕਾਰ ਸੁਪਰੀਮ ਕੋਰਟ ਜਾਂਦੀ ਕਿ ਤੁਸੀਂ ਫੈਸਲਾ ਕੀਤਾ ਸੀ ਤੇ ਕੇਂਦਰ ਸਰਕਾਰ ਰਾਹ ਰੋਕਦੀ ਹੈ। ਹੋਇਆ ਉਲਟਾ ਇਹ ਆ ਕਿ ਆਪ ਹੀ ਆਰਡੀਨੈਂਸ ਜਾਰੀ ਕਰਤਾ ਤੇ ਆਪ ਹੀ ਸੁਪਰੀਮ ਕੋਰਟ ਚਲੇ ਗਏ। ਲਓ ਜੀ, ਹੁਣ ਤਾਂ ਅਸੀਂ ਆਰਡੀਨੈਂਸ ਵੀ ਜਾਰੀ ਕਰਤਾ, ਸਾਰੇ ਅਧਿਕਾਰ ਲੈਫਟੀਨੈਂਟ ਗਵਰਨਰ ਦੇ ਕੋਲ ਆ ਤੇ ਅਰਵਿੰਦ ਕੇਜਰੀਵਾਲ ਦੀ ਸਰਕਾਰ ਤਾਂ ਬੇਲੋੜੀ ਫਿਰ ਉੱਥੇ ਬੈਠੀ ਹੋਈ। ਇਹ ਸਾਰਾ ਕੁਝ ਜੋ ਕੇਂਦਰ ਸਰਕਾਰ ਕਰ ਰਹੀ ਹੈ ਠੀਕ ਨਹੀਂ। ਇਹਦੇ ਨਾਲ ਲੋਕਾਂ ਦੇ ਮਨ 'ਚ ਵੀ ਕੁੜੱਤਣਾ ਵਧਣਗੀਆਂ। ਅੱਗੇ ਇਹਨਾਂ ਕੁੜੱਤਣਾ ਦਾ ਕਰਕੇ ਦੋਵੇਂ ਵਾਰ ਭਾਰਤੀ ਜਨਤਾ ਪਾਰਟੀ ਨੂੰ ਦਿੱਲੀ ਦੇ ਲੋਕਾਂ ਨੇ ਮਾਂਜਾ ਫੇਰਤਾ ਤੇ ਫਿਰ ਉਸ ਤੋਂ ਬਾਅਦ ਮਿਊਨਿਸਪਲ ਕਾਰਪੋਰੇਸ਼ਨ ਦਿੱਲੀ ਦੀਆਂ ਚੋਣਾਂ 'ਚ ਵੀ ਬੜੀ ਬੁਰੀ ਤਰ੍ਹਾਂ ਹਾਰ ਗਏ ਸਨ। ਅੱਗੋਂ ਜੇ ਇਹਨਾਂ ਨੇ ਇਹੋ ਕੁਝ ਕਰਨਾ ਤੇ ਦਿੱਲੀ ਦੇ ਲੋਕ ਇਸ ਗੱਲ ਤੇ ਕਾਫੀ ਨਾਰਾਜ਼ ਹੋ ਸਕਦੇ, ਉਹਨਾਂ ਦੀ ਨਾਰਾਜ਼ਗੀ ਵੱਧ ਸਕਦੀ ਹੈ। ਜੀ ਪਨੂ ਸਾਹਿਬ, ਅੱਜ ਕਰਨਾਟਕਾ ਦੇ ਵਿੱਚ ਵੀ ਨਵੀਂ ਸਰਕਾਰ ਬਣ ਗਈ ਹੈ। ਸਿੱਧਰਮਈਆ ਹੋਰਾਂ ਨੇ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕੀ ਹੈ। ਅੱਜ ਕਿਵੇਂ ਦੇਖਦੇ ਹੋ ਜੀ? ਜਿੱਦਣ ਕਾਂਗਰਸ ਪਾਰਟੀ 224 ਚੋਂ 135 ਸੀਟਾਂ ਲੈ ਗਈ ਸੀ, ਚਾਹੀਦੀਆਂ ਤੇ 113 ਸੀ, 22 ਵੱਧ ਆ ਗਈਆਂ। ਉਸ ਦਿਨ ਸਿੱਧਾ ਹੀ ਸਿੱਧਰਮਈਆ ਨੂੰ ਬਣਾ ਦਿੰਦੇ। ਰੇੜਕਾ ਕਿਉਂ ਪਾਇਆ?
ਦਿੱਲੀ ਦੇ ਵਿੱਚ ਆ ਕੇ ਇਹ ਵੀ ਤੇ ਡੀਕੇ ਸ਼ਿਵ ਕੁਮਾਰ ਵੀ, ਇਹਨਾਂ ਦੋਵਾਂ 'ਚ ਰੇੜਕਾ ਪਿਆ। 5 ਦਿਨ ਇਹਨਾਂ ਨੇ ਫੂਕ ਦਿੱਤੇ ਇਸ ਗੱਲ ਤੇ ਕਿ ਕੌਣ ਬਣੇਗਾ ਮੁੱਖ ਮੰਤਰੀ। ਉਹ ਆਖੇ ਕਿ ਮੈਂ ਬਣਨਾ, ਪਾਰਟੀ ਆਖੇ ਕਿ ਤੈਨੂੰ ਬਣਾਇਆ, ਤੇ ਨਵੇਂ ਪੁਆੜੇ ਪੈਣਗੇ। ਜਿਹੜਾ ਕਰਨਾਟਕਾ ਦਾ ਪੁਲਿਸ ਦਾ ਡੀਜੀਪੀ ਹੁੰਦਾ ਸੀ ਉਹਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੀਬੀਆਈ ਦਾ ਮੁਖੀ ਬਣਾਤਾ। ਅੱਗੇ ਤੇਰੇ ਖਿਲਾਫ ਉਹਨੇ ਕੇਸ ਬਣਾਇਆ ਸੀ, ਤੂੰ ਕਹਿੰਦਾ ਸੀ ਇਹ ਡੀਜੀਪੀ ਜਿਹੜਾ ਅਪਰਾਧੀ ਮਾਨਸਿਕਤਾ ਵਾਲਾ, ਮੇਰੀ ਸਰਕਾਰ ਆ ਗਈ ਤੇ ਮੈਂ ਇਹਨੂੰ ਫੜ ਕੇ ਜੇਲ੍ਹ 'ਚ ਦੇ ਦੂੰ। ਹੁਣ ਉਹ ਉੱਪਰ ਚਲਾ ਗਿਆ ਸੀਬੀਆਈ 'ਚ, ਤੂੰ ਤੇ ਉਹਨੂੰ ਦੇ ਨਹੀਂ ਸਕਣਾ, ਉਹਨੇ ਸਾਰੇ ਕੇਸ ਕੱਢ ਲਏ। ਉਧਰੋਂ ਤੂੰ ਮੁੱਖ ਮੰਤਰੀ ਹੋਵੇਗਾ, ਉਧਰੋਂ ਵਾਰੰਟ ਭੇਜ ਦੂ, ਫਿਰ ਕੀ ਕਰਾਂਗੇ? ਹੌਲੀ ਹੌਲੀ ਉਹਨੂੰ ਮਨਾਇਆ ਕਿ ਤੂੰ ਡਿਪਟੀ ਮੁੱਖ ਮੰਤਰੀ ਬਣ ਜਾ, ਤੈਨੂੰ ਚੱਜ ਦੇ ਮਹਿਕਮੇ ਵੀ ਦੇ ਦਿਆਂਗੇ, ਰੇੜਕਾ ਨਾ ਪਾ। ਅੰਤ ਨੂੰ ਉਹ ਮੰਨ ਗਿਆ। ਅੱਜ ਦੋਵਾਂ ਜਣਿਆਂ ਨੇ ਸਹੁੰ ਚੁੱਕ ਲਈ ਆ, ਨਾਲ 8 ਹੋਰ ਮੰਤਰੀਆਂ ਨੇ ਵੀ ਸਹੁੰ ਚੁੱਕ ਲਈ ਆ। ਕਰਨਾਟਕਾ 'ਚ ਕਾਂਗਰਸ ਦੀ ਸਰਕਾਰ ਬਣਾਉਣ ਮੌਕੇ ਇਹਨਾਂ ਦੇ ਭਾਈਬੰਦ ਜਿਹੜੇ ਨੇ, ਜਿਨ੍ਹਾਂ ਨੂੰ ਇਹ ਤੀਸਰੇ ਮੋਰਚੇ 'ਚ 2024 ਦੀਆਂ ਲੋਕ ਸਭਾ ਚੋਣਾਂ ਵਾਸਤੇ ਨਾਲ ਜੋੜਨਾ ਚਾਹੁੰਦੇ ਆ, ਉਹ ਵੀ ਸਾਰੇ ਮੁੱਖ ਮੰਤਰੀ, ਸਾਬਕਾ ਮੁੱਖ ਮੰਤਰੀ ਤੇ ਡਿਪਟੀ ਮੁੱਖ ਮੰਤਰੀ ਇਹਨਾਂ ਨੇ ਸੱਦੇ ਸੀ। ਉਹ ਜਿਹੜਾ ਨਾਨਕਾ ਦਾਦਕਾ ਮੇਲ ਸਾਰਾ ਉੱਥੇ ਇਕੱਠਿਆ ਕੀਤਾ ਸੀ, ਉਹ ਵੀ ਹਾਜ਼ਰ ਸੀ। ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਦੋਵੇਂ ਭੈਣ ਭਰਾ ਵੀ ਉੱਥੇ ਸੀ। ਇਹਨਾਂ ਨੇ ਸਰਕਾਰ ਬਣਾ ਲਈ ਆ। ਭਾਜਪਾ ਦੇ ਕੋਲ ਸਿਰਫ 65 ਸੀਟਾਂ ਨੇ ਤੇ ਸਰਕਾਰ ਬਣਾਉਣ ਲਈ 113 ਚਾਹੀਦੀਆਂ। 48 ਬੰਦੇ ਤੋੜਨੇ ਭਾਜਪਾ ਵਾਸਤੇ ਬਹੁਤ ਮੁਸ਼ਕਿਲ ਆ। ਕਾਂਗਰਸ ਦੇ ਕੋਲ ਬਹੁਤ ਤਗੜੀ ਬਹੁਤ ਸੰਮਤੀ ਆ, ਪਰ ਇਸ ਬਹੁਤ ਸੰਮਤੀ ਨੂੰ ਸੰਭਾਲ ਕੇ ਚਲਾਉਣਾ ਇਹ ਵੀ ਕਾਂਗਰਸ ਵਾਸਤੇ ਇੱਕ ਬਹੁਤ ਵੱਡੀ ਪ੍ਰੀਖਿਆ ਦੀ ਘੜੀ ਹੋਊਗੀ। ਇਹਨਾਂ ਦੇ ਵਿੱਚੋਂ ਕਈਆਂ ਨੇ ਵਾਰ-ਵਾਰ ਰੁੱਸਣਾ ਮੁੜ-ਮੁੜ ਕੇ ਮਨਾਉਣੇ ਪੈਣੇ, ਤੇ ਰੁੱਸਣ ਮਨਾਉਣ ਦਾ ਚੱਕਰ ਇਹਨਾਂ ਨੂੰ ਅਜੇ ਕਈ ਵਾਰੀ ਦਿੱਲੀ ਦੇ ਵਿੱਚ ਮੀਟਿੰਗਾਂ ਕਰਾਉਣ ਵਾਲੇ ਪਾਸੇ ਲਿਜਾ ਸਕਦਾ। ਜੇ ਸੰਭਲ ਕੇ ਚੱਲਣਗੇ ਤੇ ਇਹਨਾਂ ਨੂੰ ਸੁੱਖ ਮਿਲੂਗਾ, ਜੇ ਨਾ ਸੰਭਲ ਕੇ ਚੱਲੇ ਤੇ ਫਿਰ ਸਾਰੇ ਤੰਗ ਹੋਣਗੇ। ਕਈ ਹੋਰ ਰਾਜਾਂ 'ਚ ਸੱਤਾ ਗਵਾ ਕੇ ਸੜਕ ਸਵਾਰ ਹੋਏ ਫਿਰਦੇ ਆ, ਇੱਥੇ ਵੀ ਇਹ ਕੁਝ ਆਖਰ ਨੂੰ ਹੋ ਸਕਦਾ। ਜੀ ਪਨੂ ਸਾਹਿਬ, ਤੁਸੀਂ ਖਬਰਾਂ ਤੇ ਚਰਚਾ ਕੀਤੀ, ਆਪਣਾ ਸਮਾਂ ਦਿੱਤਾ ਜੀ, ਬਹੁਤ-ਬਹੁਤ ਸ਼ੁਕਰੀਆ ਜੀ। ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਜੀ। ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਨੂੰ ਸਮੇਟਣ ਦਾ ਵੇਲਾ ਹੋ ਗਿਆ ਜੀ। ਕੱਲ ਫੇਰ ਇਸੇ ਪ੍ਰੋਗਰਾਮ ਦੇ ਜ਼ਰੀਏ ਤੁਹਾਡੇ ਰੂਬਰੂ ਹੋਵਾਂਗੇ। ਉਦੋਂ ਤੱਕ ਤੁਸੀਂ ਦੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ, ਤੁਹਾਡੇ ਲਈ।